ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਮੈਂ ਪੂਜ ਨ ਹੋਏ ਰਹਾਉ। ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਇ। ਝੂਠ ਲਹੈ ਜਿਉ ਮਾਜੀਐ ਮੋਹ ਪਿਆ ਨ ਹੋਏ। ਪਸ਼ੂ ਮਿਲੈ ਚਗਿਆਈਆਂ ਖੜ ਖਾਵੈ ਅੰਮ੍ਰਿਤ ਦੇਹ। ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਨੇੜੇ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ। ਜੋ ਦੇਵੈ ਸੋ ਖਾਵਣਾ ਕੋ ਨਾਨਕ ਸਾਚਾ ਹੈ। ਨੇੜੇ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ। ਜੋ ਟੋਡੀ ਰਾਗ ਦੀ ਠਾਠ ਦੀ ਭੈਰਵੀ ਜਿਹੜੀ ਹੈ, ਟੋਡੀ ਰਾਗ ਦੀ ਠਾਠ ਵਿੱਚੋਂ ਰਾਗਣੀ ਹੈ। ਔਰ ਇਹਦੇ ਜਿਹੜਾ ਗਾਣ ਦਾ ਸਮਾਂ ਹੈ ਉਹ 4 ਹੈ। ਭਾਵ ਇਹ ਵੀ ਅੰਮ੍ਰਿਤ ਵੇਲੇ ਦੇ ਨਾਲ ਸੰਬੰਧਿਤ ਰਾਗ ਆ ਜਾਂਦਾ ਹੈ। ਔਰ ਗੁਜਰੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਹਿਲਾ ਸ਼ਬਦ ਇੱਥੇ ਉਚਾਰਨ ਕੀਤਾ ਹੈ, ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਦੁਆਰਾ ਜੋ ਉਪਦੇਸ਼ ਕਰ ਰਹੇ ਹਨ। ਕਹਿੰਦੇ ਜੇ ਪੂਜਾ ਕਰਨੀ ਹੈ ਤਾਂ ਇਸ ਤਰ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ। ਬਾਹਰਲੀ ਜਿਹੜੀ ਪੂਜਾ ਹੈ ਉਹ ਕੁਝ ਹੱਦ ਤੱਕ ਠੀਕ ਹੈ, ਪਰ ਜੇਕਰ ਮਨੁੱਖ ਉਸ ਨੂੰ ਹੀ ਪਕੜ ਕੇ ਬੈਠ ਜਾਵੇ ਤਾਂ ਐਸੀ ਪੂਜਾ ਕਿਸੇ ਕੰਮ ਨਹੀਂ। ਬੱਚਾ ਸਕੂਲ ਦੇ ਵਿੱਚ ਜਦੋਂ ਪਹਿਲਾਂ ਪੜ੍ਹਨ ਜਾਂਦਾ ਹੈ ਸ਼ੁਰੂਆਤ ਦੇ ਵਿੱਚ, ਅਤੇ ਟੀਚਰ ਅਧਿਆਪਕ ਉਸ ਨੂੰ ਪੜ੍ਹਾਉਂਦਾ ਹੈ ਊੜਾ ਊਠ, ਐੜਾ ਅੰਬ, ਈੜੀ ਇੱਟ, ਸੱਸਾ ਸੇਬ, ਅਤੇ ਨਾਲ ਉੱਥੇ ਉਹ ਚਿੱਤਰ ਬਣਾਏ ਹੁੰਦੇ ਹਨ। ਪਰ ਜੇਕਰ ਬੱਚਾ ਸਾਰੀ ਗੱਲ ਨਹੀਂ ਹੈ, ਪਰ ਜੇਕਰ ਉਹਨੂੰ ਹੀ ਪਕੜ ਕੇ ਬੈਠ ਜਾਵੇ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਇਹ ਮਨੁੱਖ ਧਰਮ ਦੀ ਦੁਨੀਆ ਵਿੱਚ ਸਫਲ ਨਹੀਂ ਹੋ ਸਕੇਗਾ। ਉਸ ਤੋਂ ਅੱਗੇ ਇਸ ਦਾ ਦਿਮਾਗ, ਇਸ ਦਾ ਮਨ ਚੱਲ ਹੀ ਨਹੀਂ ਰਿਹਾ, ਉੱਥੇ ਤੱਕ ਹੀ ਰੁਕ ਗਿਆ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰੀ ਭਾਵ ਦੀ ਪੂਜਾ ਦੱਸਦੇ ਨੇ। ਬਾਹਰਲੀ ਪੂਜਾ ਨਾਮ ਹੀ ਹੋਵੇ ਤੇ ਕੋਈ ਗੱਲ ਨਹੀਂ, ਪਰ ਮਹਾਰਾਜ ਕਹਿੰਦੇ ਅੰਦਰਲੀ ਪੂਜਾ ਹੋਣੀ ਚਾਹੀਦੀ ਹੈ। ਬਾਹਰਲੀ ਪੂਜਾ ਕਰਨ ਦੇ ਨਾਲ ਕਿਸੇ ਨੂੰ ਵੀ ਰੱਬ ਪ੍ਰਾਪਤ ਨਹੀਂ ਹੋਇਆ ਜਦੋਂ ਤੱਕ ਉਹਦੇ ਅੰਦਰ ਉਹ ਚੀਜ਼ ਨਹੀਂ ਆਈ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਹਨ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ
निर्भौ निर्वैर अकाल मूरत अजूनी सैभं गुर प्रसाद। वाहिगुरु जी का मंगलाचरण किया गया क्योंकि इत्थे नवा राग आरंभ हो रहा है। वाहिगुरु एक है, एक ओंकार, वो इको है अदुੱਤੀ शक्ति। क्यों संसार दे विच कई तरह का भरम बना दिता गया परमात्मा नूं लैके, परमात्मा की हस्ती नूं लैके। महाराज सच्चे पातशाह जी कहते भाई वाहिगुरू है सतनाम, ओदा नाम होंद वाला सਦੀवी काल है, सत है। ਉਹਦਾ ਨਾਮ ਕਦੇ ਨਾਸ ਨਹੀਂ ਹੁੰਦਾ, ਭਾਵੇਂ ਦੁਨੀਆ ਚਲੀ ਜਾਵੇ, ਦੁਨੀਆ ਨਾਮ ਹੀ ਹੋਵੇ, ਉਹ ਸਦੀਵੀ ਕਾਲ ਹੈ। ਕਰਤਾ ਪੁਰਖ ਸਾਰਿਆਂ ਦਾ ਕਰਤਾ ਹੈ। ਮਨੁੱਖ ਵੀ ਕਰਤਾ ਹੈ, ਮਨੁੱਖ ਵੀ ਕਹਿ ਸਕਦਾ ਮੈਂ ਵੀ ਕੁਝ ਬਣਾਇਆ ਹੈ। ਪਿਆਰਾ ਗਹਿਣਾ ਬਣਾਉਣ ਵਾਲਾ ਇਹ ਨਹੀਂ ਕਹਿ ਸਕਦਾ ਮੈਂ ਗਹਿਣੇ ਦੇ ਵਿੱਚ ਹੀ ਹਾਂ। ਵਾਹਿਗੁਰੂ ਐਸਾ ਕਰਤਾ ਪੁਰਖ ਹੈ, ਬਣਾਇਆ ਜੋ ਕੁਝ जीवी जमान के विखै समस्त एक जोत है, ना घाट है ना बाढ़। फिर वो एक मनुख चीज़ां बनाता है, वड्डी चीज़ नूं वड्डा इंजन लाया है, छोटी चीज़ नूं छोटा इंजन लाया है। इंजन जिहदे आसरे गड्डी चलती है। छोटी चीज़ दे विच ओनी पावर का इंजन नहीं रखिया जा सकता। ਹੁਣ ਜਿਹੜਾ ਹਵਾਈ ਜਹਾਜ਼ ਨੇ ਉਹਨਾਂ ਵਿੱਚ ਕਈ ਇੰਜਣ ਹੁੰਦੇ ਹਨ, ਪਰ ਵਾਹਿਗੁਰੂ ਦੇ ਨਾਲ ਵੀ ਵੈਰ ਨਹੀਂ ਹੈ। ਕਿਉਂਕਿ ਵੈਰ ਭਾਵ ਹੁੰਦਾ ਹੈ ਉੱਥੇ ਜਿੱਥੇ ਕੋਈ ਉਹਦੀ ਬਰਾਬਰੀ ਕਰਨ ਵਾਲਾ ਹੋਵੇ, ਜਿੱਥੇ ਉੱਥੇ ਵੈਰ ਪੈਦਾ ਹੋਵੇਗਾ। ਵਾਹਿਗੁਰੂ ਦੇ ਨਾਲ ਕੋਈ ਟੱਕਰ ਲੈ ਹੀ ਨਹੀਂ ਸਕਦਾ, ਕਿਉਂਕਿ ਓਨੀ ਪਾਵਰ ਕਿਸੇ ਦੇ ਵਿੱਚ ਹੈ ਨਹੀਂ। ਇਹ ਗੱਲ ਵੱਖਰੀ ਹੈ ਵੀ ਲੋਕ ਰੱਬ ਨਾਲ ਵੈਰ ਲੈਂਦੇ ਨੇ, ਪਰ ਰੱਬ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ। ਹਾਂ, ਜਿਹੜਾ ਉਹਦੇ ਨਾਲ ਵੈਰ ਲੈਂਦਾ ਹੈ ਉਹ ਆਪ ਹੀ ਖੁਆਰ ਹੋ ਜਾਂਦਾ ਹੈ, ਪਰ ਵਾਹਿਗੁਰੂ ਕਿਸੇ ਦੇ ਨਾਲ ਵੈਰ ਨਹੀਂ ਰੱਖਦਾ। ਜੇ ਤੁਹਾਨੂੰ ਕੋਈ ਕਵੇ ਕਿ ਰੱਬ ਵਿਖਾਓ ਜੀ, ਰੱਬ ਦਾ ਜਾਂ ਕੋਈ ਸਰੂਪ ਹੈ, ਮੂਰਤ ਹੈ, ਤਾਂ ਰੱਬ ਦਿਖਾਉਣ ਦਾ ਵਿਸ਼ਾ ਨਹੀਂ ਹੈ। ਪਹਿਲੀ ਗੱਲ ਤਾਂ ਸਾਨੂੰ ਇਹ ਰੱਬ ਦੇਖਣ ਦਾ ਵਿਸ਼ਾ ਨਹੀਂ ਹੈ, ਰੱਬ ਮੰਨਣ ਦਾ ਵਿਸ਼ਾ ਹੈ। ਜਿਵੇਂ ਆਪਾਂ ਨੂੰ ਭੋਜਨ ਵਿੱਚੋਂ ਸਵਾਦ ਆਉਂਦਾ, ਸਵਾਦ ਵੇਖਣ ਦਾ ਵਿਸ਼ਾ ਨਹੀਂ, ਉਹ ਵੇਖਿਆ ਹੀ ਨਹੀਂ ਜਾ ਸਕਦਾ, ਬਸ ਉਹਨੂੰ ਮਾਣਿਆ ਜਾ ਸਕਦਾ ਹੈ। ਔਰ ਦੇਖੋ ਮਹਾਰਾਜ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਇਹਦੇ ਬਾਬਤ ਵੀ ਰੱਬ ਨੂੰ ਤੁਸੀਂ ਇੱਦਾਂ ਸਮਝ ਲਓ, ਸਮਝਣ ਵਾਸਤੇ ਪ੍ਰਮਾਣ ਦਿੱਤੇ ਨੇ ਮਹਾਰਾਜ ਨੇ। ਜੇ ਸਵਾਦ ਲੈਣ ਵਾਲੇ ਜੰਤਰ ਨੇ ਵਿੱਚ ਨਿੱਕੇ ਨਿੱਕੇ, ਉਹ ਕੰਮ ਕਰਨਾ ਬੰਦ ਕਰ ਦਿੰਦੇ ਨੇ। ਤਾਬ ਲੈ ਜਾਵੇ ਉਹੀ ਰਸਨਾ ਉਹਨੂੰ ਸਵਾਦ ਆਉਂਦਾ ਹੈ, ਪਰ ਜਦੋਂ ਬਿਮਾਰੀ ਲੱਗੀ ਹੋਵੇ, ਤਾਪ ਚੜ੍ਹਿਆ ਹੋਵੇ ਕੋਈ ਜ਼ਿਆਦਾ, ਤਾਂ ਉਹੀ ਰਸਨਾ ਹੈ, ਸਵਾਦ ਨਹੀਂ ਦਿੰਦੀ। ਇਸੇ ਤਰ੍ਹਾਂ ਜਦੋਂ ਸਾਨੂੰ ਵਿਕਾਰ ਚਿੰਬੜੇ ਹੋਏ ਨੇ, ਸਾਨੂੰ ਬਾਣੀ ਦਾ ਸਵਾਦ ਨਹੀਂ ਆਉਂਦਾ, ਬਾਣੀ ਦਾ ਰਸ ਨਹੀਂ ਆਉਂਦਾ, ਕਿਉਂਕਿ ਉਹ ਜਿਹੜੇ ਬਾਣੀ ਦਾ ਰਸ ਲੈਣ ਵਾਲੇ ਅੰਦਰ ਜੰਤਰ ਨੇ, ਉਹ ਵਿਕਾਰਾਂ ਨੇ ਕਮਜ਼ੋਰ ਕਰ ਦਿੱਤੇ ਨੇ। ਵਿਕਾਰਾਂ ਦਾ ਅਸਰ ਹੋ ਗਿਆ। ਉਹਦੀ ਜਾਤ ਕੀ ਹੈ, ਕਿਹੜੀ ਕੁਲ ਹੈ। ਅਜੂਨੀ ਉਹ ਜੂਨੀਆਂ ਤੋਂ ਰਹਿਤ ਹੈ, ਸੈਭੰ ਸਵੈ ਪ੍ਰਕਾਸ਼ਮਾਨ ਹੈ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਐਸਾ ਵਾਹਿਗੁਰੂ ਹੈ, ਉਸ ਦਾ ਮੰਗਲਾਚਰਨ ਇੱਥੇ ਕੀਤਾ ਹੈ। ਰਾਗ ਗੁਜਰੀ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ। ਗੁਜਰੀ ਜਿਹੜੀ ਹੈ ਯਾਦ ਕਰਕੇ ਰਾਗਣੀ ਹੈ, ਔਰ ਟੋਡੀ ਰਾਗ ਦੇ ਠਾਠ ਵਿੱਚੋਂ ਪੈਦਾ ਹੋਈ ਹੈ। ਰਾਗ ਗੁਜਰੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਰਾਗ ਗੁਜਰੀ ਦੇ ਵਿੱਚ ਬਾਣੀ ਉਚਾਰਨ ਕਰਦੇ ਨੇ। ਚੌਪ ਦੇ ਘਰ ਪਹਿਲਾ, ਇਹ 4 ਪੌੜੀਆਂ ਵਾਲਾ ਸ਼ਬਦ ਪਹਿਲੇ ਘਰ ਵਿੱਚ
ਇਸ ਨੂੰ ਗਾਣ ਦਾ ਰਾਗ ਦੇ ਅਨੁਸਾਰ ਪਹਿਲੇ ਘਰ ਵਿੱਚ ਗਾਣ ਦਾ ਹੁਕਮ ਹੈ ਮਹਾਰਾਜ ਵੱਲੋਂ। ਤੇਰਾ ਨਾਮ ਕਰੀ ਚੜਨਾਠੀਆਂ ਜੇ ਮਨ ਉਰਸਾ ਹੋਏ। ਜਿਵੇਂ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ, ਚੰਦਨ ਰਗੜਿਆ ਜਾਂਦਾ। ਪਹਿਲਾਂ ਚੰਦਨ ਨੂੰ ਰਗੜ ਕੇ ਮੂਰਤੀ ਦੇ ਮਸਤਕ 'ਤੇ ਲਾਇਆ ਜਾਂਦਾ ਹੈ। ਇੱਕ ਪੱਥਰ ਹੁੰਦਾ ਹੈ, ਉਹਨੂੰ ਉਰਸਾ ਕਹਿੰਦੇ ਨੇ, ਜਿਹਦੇ ਉੱਪਰ ਚੰਦਨ ਰਗੜਿਆ ਜਾਂਦਾ, ਘਸਿਆ ਜਾਂਦਾ ਚੰਗੀ ਤਰ੍ਹਾਂ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਤੇਰਾ ਨਾਮ ਹੀ ਅਸੀਂ ਚੰਨਣ ਬਣਾ ਲਿਆ, ਤੇਰੇ ਨਾਮ ਨੂੰ ਹੀ ਚੰਦਨ ਦਾ ਟੁਕੜਾ ਬਣਾ ਲਿਆ। ਤੇਰਾ ਨਾਮ ਕਰੀ ਚੜਨਾਠੀਆਂ ਜੇ ਮਨ ਉਰਸਾ ਹੋਏ। ਪਰ ਤਾਂ ਜੇਕਰ ਮਨ ਉਰਸਾ ਬਣ ਜਾਵੇ, ਉਰਸਾ ਉਹ ਪੱਥਰ ਜਿਹਦੇ 'ਤੇ ਚੰਦਨ ਨੂੰ ਰਗੜਿਆ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਮਨ ਨੂੰ ਉਰਸਾ ਬਣਾ ਕੇ ਮਨ ਰੂਪੀ ਉਰਸੇ ਦੇ ਉੱਪਰ ਵਾਹਿਗੁਰੂ ਦੇ ਨਾਮ ਨੂੰ ਘਸਣਾ ਹੈ, ਰਗੜਨਾ, ਭਾਵ ਨਾਮ ਜਪਣਾ ਹੈ। ਕਰਨੀ ਕੁੰਗੂ ਜੇ ਰਲੈ ਘਾਟੇ ਅੰਤਰ ਪੂਜਾ ਹੋਏ। ਉਸ ਰਗੜੇ ਹੋਏ ਚੰਦਨ ਦੇ ਵਿੱਚ ਫਿਰ ਕੇਸਰ ਪਾਇਆ ਜਾਂਦਾ ਹੈ ਅਤੇ ਫਿਰ ਉਹ ਬੜੀ ਸੋਹਣੀ ਸੁਗੰਧੀ ਆਉਂਦੀ ਹੈ। ਕਰਨੀ ਕੁੰਗੂ ਜੇ ਰਲੈ, ਕਰਨੀ ਜਿਹੜਾ ਉੱਚਾ ਆਚਰਣ ਰੱਖਣਾ ਹੈ, ਆਪਣਾ ਆਚਰਣ ਸ਼ੁੱਧ ਰੱਖਣਾ ਹੈ। ਉੱਚੀ ਕਰਨੀ ਦਾ ਕੇਸਰ ਵਿੱਚ ਪਾ ਲਿਆ ਜਾਵੇ। ਘਟ ਅੰਤਰ ਪੂਜਾ ਹੋਏ। ਇਸ ਤਰ੍ਹਾਂ ਹਿਰਦੇ ਦੇ ਵਿੱਚ ਰੱਬ ਦੀ ਪੂਜਾ ਹੋਣ ਲੱਗ ਜਾਂਦੀ ਹੈ। ਇਹ ਪੂਜਾ ਹੋਣੀ ਚਾਹੀਦੀ ਹੈ। ਬਾਹਰੋਂ ਤਾਂ ਬੜੀ ਦੁਨੀਆ ਪੂਜਾ ਕਰਦੀ ਹੈ, ਪਰ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਨਾਮ ਤੋਂ ਵੱਡੀ ਕੋਈ ਗੱਲ ਨਹੀਂ ਹੈ। ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਬਹੁਤ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਵਟ ਢੋਲ ਪੂਜ ਸਨਾਈ ਹਰ ਹਰੇ ਨਾਲ ਨਾਨਕ ਨਾਮ ਮੋਲ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਗਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬੋ ਯਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੈ ਕਰ ਆਤੀ ਵਰਤ ਨੇਮ ਕਰੈ ਬੋ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਉੱਥੇ ਅੱਗੇ ਮਹਾਰਾਜ ਹੋਰ ਵੀ ਬਹੁਤ ਸਾਰਾ ਲੰਮਾ ਜ਼ਿਕਰ ਕਰਦੇ ਨੇ ਵੀ ਇਹ ਸਾਰੇ ਕਰਮਾਂ ਨਾਲੋਂ ਵਾਹਿਗੁਰੂ ਦਾ ਨਾਮ ਜਪਣਾ ਸ੍ਰੇਸ਼ਟ ਹੈ। ਤੁਸੀਂ ਆਪਣੇ ਮਨ ਨੂੰ ਜੋੜ ਕੇ ਨਾਮ ਜਪੋ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਪੂਜਾ ਕਰੋ ਐਸੀ, ਕਿਹੜੀ ਪੂਜਾ? ਵਾਹਿਗੁਰੂ ਦਾ ਨਾਮ ਜਪਣਾ। ਬਸ ਨਾਮ ਤੋਂ ਵੱਡਾ ਕੋਈ ਕਰਮ ਧਰਮ ਨਹੀਂ ਹੈ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੈ ਭਾਗ ਗੁਰਮੁਖ ਹਰ ਲੈਣਾ। ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾ ਰੱਬ ਦੀ ਪੂਜਾ ਹੋ ਹੀ ਨਹੀਂ ਸਕਦੀ। ਹੋਰ ਮਨੁੱਖ ਜਿੰਨੇ ਮਰਜ਼ੀ ਕਰਮ ਕਰੀ ਜਾਵੇ, ਉਹਨੂੰ ਰੱਬ ਦੀ ਪੂਜਾ ਨਹੀਂ ਆਖਿਆ ਜਾਵੇਗਾ। ਭਗਤ ਕਬੀਰ ਸਾਹਿਬ ਜੀ ਵੀ ਇਸ ਗੱਲ 'ਤੇ ਬਾਬਤ ਬਚਨ ਕਰਦੇ ਨੇ ਬਾਣੀ ਵਿੱਚ। ਕਹਿੰਦੇ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਰਜੀਓ। ਭੂਲੀ ਮਾਲਣੀ ਹੈ ਇਹੋ, ਜਸ ਸਤਿਗੁਰ ਜਾਗਤਾ ਹੈ ਦਿਓ। ਪੱਤੇ ਤੋੜ ਕੇ ਫੁੱਲ ਤੋੜ ਕੇ ਤੂੰ ਰੱਬ ਦੀ ਪੂਜਾ ਕਰਨ ਚੱਲਣੀ। ਰੱਬ ਤਾਂ ਪੱਤੇ ਪੱਤੇ ਵਿੱਚ ਵਸਿਆ ਹੋਇਆ ਹੈ, ਕਣ ਕਣ ਵਿੱਚ ਵਸਿਆ ਹੋਇਆ, ਉਹਨੂੰ ਪਛਾਣਨਾ ਕਰ। ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ। ਹਰ ਇੱਕ ਪੱਤੇ ਦੇ ਵਿੱਚ ਵੀ ਉਹਦੀ ਜੋਤ ਚੱਲ ਰਹੀ ਹੈ, ਬਸ ਉਹਨੂੰ ਪਛਾਣਨਾ ਸੀ। ਉਹ ਕੀਤਾ ਨਹੀਂ। ਹੋਰ ਬੜਾ ਬੜਾ ਅਡੰਬਰ ਕਰਕੇ ਲੋਕਾਂ ਨੂੰ ਵਿਖਾਣਾ ਕੀਤਾ। ਤੋ ਭਗਤ ਕਬੀਰ ਸਾਹਿਬ ਜੀ ਵੀ ਫਰਮਾਨ ਕਰਦੇ ਨੇ, ਭਾਈ ਉਹ ਸਦਾ ਜਿਹੜਾ ਸਤਿਗੁਰੂ ਵਾਹਿਗੁਰੂ ਨਿਰੰਕਾਰ, ਉਹ ਤਾਂ ਸਦਾ ਜਾਗਰਤ ਹੈ। ਜਾਣਨਾ ਕਰੋ ਉਸ ਨੂੰ। ਨਾਮ ਤੋਂ ਬਿਨਾ ਹੋਰ ਕੋਈ ਪੂਜਾ ਨਹੀਂ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਏ। ਤੁਸੀਂ ਬਾਹਰ ਜਿਹੜਾ ਕੋਈ ਆਪਣਾ ਦੇਵਤਾ ਮੰਨ ਲਿਆ ਪੱਥਰ ਦਾ, ਉਹਦਾ ਇਸ਼ਨਾਨ ਕਰਾਉਂਦੇ ਹੋ। ਇਹ ਤਾਂ ਮਹਾਰਾਜ ਕਹਿੰਦੇ ਬੜੀ ਦੁਨੀਆ ਕਰਦੀ, ਪਰ ਜਿਹੜਾ ਕੋਈ ਆਪਣੇ ਮਨ ਨੂੰ ਧੋਵੇ ਅਸਲ ਵਿੱਚ ਉਹ ਪੁਜਾਰੀ ਹੈ। ਜੇ ਮਨ ਧੋਵੈ ਕੋਏ। ਮਨ ਕਿਵੇਂ ਧੋਤਾ ਜਾਵੇਗਾ? ਵਾਹਿਗੁਰੂ ਦੇ ਨਾਮ ਦੇ ਨਾਲ, ਸਿਮਰਨ ਦੇ ਨਾਲ। ਝੂਠ ਲਹੈ ਜੀਉ ਮਾਜੀਐ ਮੋਹ ਪਿਆਣਾ ਹੋਏ।
ਬਾਹਰੋਂ ਪੱਥਰ ਨੂੰ ਇਸ਼ਨਾਨ ਕਰਾ ਕਰਾ ਕੇ ਕੁਝ ਵੀ ਹਾਸਲ ਨਹੀਂ ਹੋਇਆ। ਕੋਈ ਖੇੜਾ, ਕੋਈ ਰੂਹਾਨੀਅਤ ਦਾ ਨਹੀਂ ਰਸ ਆਇਆ। ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਧੋ ਲਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਮਾਂਜ ਲਿਆ, ਫਿਰ ਹੋਇਆ ਕਿ ਜੂਠ ਲਹਿ ਮਨ ਦੇ ਉੱਪਰ ਜਿਹੜੀ ਵਿਕਾਰਾਂ ਦੀ ਜੂਠ ਚੜੀ ਹੋਈ ਸੀ, ਜੂਠ ਵਿਕਾਰਾਂ ਨੇ ਸਾਨੂੰ ਜੂਠਾ ਕੀਤਾ ਪਿਆ। ਆਪਾਂ ਸੋਚਦੇ ਹਾਂ ਅਸੀਂ ਸੁੱਚੇ ਹਾਂ, ਸਾਡੀਆਂ ਅੱਖਾਂ ਨੂੰ ਵਾਸ਼ਨਾ ਨੇ ਜੂਠਾ ਕੀਤਾ ਹੋਇਆ ਹੈ, ਸਾਡੇ ਕੰਨਾਂ ਨੂੰ, ਸਾਡੀ ਰਸਨਾ ਨੂੰ, ਚਮੜੀ ਨੂੰ, ਸਾਰੇ ਇੰਦਰੀਆਂ ਨੂੰ। ਇੰਦਰੀ ਕੀ ਜੂਠ ਉਤਰਸ ਨਾਈ ਬ੍ਰਹਮ ਅਗਨ ਕੇ ਲੂਠੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੀਆਂ ਇੰਦਰੀਆਂ ਦੀ ਜੂਠ ਤਾਂ ਲੈਂਦੀ ਨਹੀਂ ਹੈ। ਅੱਖਾਂ ਵੇਖੋ ਸਾਡੀਆਂ ਮੈਲੀਆਂ ਨੇ, ਕੰਨ ਮੈਲੇ ਨੇ, ਨਾਸਕਾ, ਮੂੰਹ ਇਤਿਆਦਿਕ ਸਾਰੇ ਸਰੀਰ ਦੇ ਇੰਦਰੇ ਮੈਲੇ ਨੇ, ਤਾਂ ਹੀ ਇਹਨਾਂ ਵਿੱਚੋਂ ਹਰ ਸਮੇਂ ਮੈਲ ਹੀ ਨਿਕਲਦੀ ਹੈ। ਕਹਿੰਦੇ ਅਸਲ ਵਿੱਚ ਤੁਹਾਡਾ ਮਨ ਜਿਹੜਾ ਉਹ ਸੁੱਚਾ ਹੋਣਾ ਚਾਹੀਦਾ ਸੀ, ਅਤੇ ਮਨ ਨੂੰ ਸੁੱਚਾ ਕਰਨ ਦਾ ਤਰੀਕਾ ਹੈ ਨਾਮ ਸਿਮਰਨ ਬੰਦਗੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਤੁਸੀਂ ਨਾਮ ਜਪੋਗੇ ਨਾ, ਜੂਠ ਲਹਿ ਜੀਓ ਮਾਜੀਐ ਮੋਖ ਪਿਆਣਾ ਹੋਏ। ਪਿਆਣਾ ਮੈਨੇ ਰਸਤਾ, ਮੋਕਸ਼ ਦਾ ਰਸਤਾ ਖੁੱਲ੍ਹਾ ਹੋ ਜਾਵੇਗਾ। ਜਿਵੇਂ ਜਿਵੇਂ ਮਨ ਨਾਮ ਨਾਲ ਜੁੜੇਗਾ, ਇਹਦੀ ਜੂਠ ਲਹਿੰਦੀ ਜਾਵੇਗੀ, ਤਾਂ ਇਹ ਮਨ ਸੌਖਾ ਹੋ ਜਾਵੇਗਾ, ਇਹ ਬੰਧਨਾਂ ਤੋਂ ਮੁਕਤ ਹੋ ਜਾਵੇਗਾ, ਔਰ ਫਿਰ ਜੀਵਨ ਦਾ ਵੀ ਇੱਕ ਰਸ ਹੋਵੇਗਾ। ਵੇਖੋ ਜਿਵੇਂ ਮਨੁੱਖ ਜੇਲ੍ਹ ਵਿੱਚ ਢੱਕਿਆ ਹੋਇਆ ਹੈ ਅਤੇ ਉਹਨੂੰ ਸਮਾਂ ਨਹੀਂ ਮਿਲਦਾ ਬਾਹਰ ਨਿਕਲਣ ਦਾ, ਥੋੜ੍ਹਾ ਬਹੁਤਾ ਸਮਾਂ ਮਿਲਦਾ ਹੈ, ਫਿਰ ਬੰਦ ਕਰ ਦਿੰਦੇ ਨੇ। ਉਹ ਮਨੁੱਖ ਕਿੰਨਾ ਔਖਾ ਹੋ ਕੇ ਜੀਵਨ ਜੀ ਰਿਹਾ ਹੈ। ਉਹ ਤਾਂ ਫਿਰ ਅਰਦਾਸ ਕਰਦਾ ਵੀ ਪਰਮਾਤਮਾ ਇਹਦੇ ਨਾਲੋਂ ਮੈਨੂੰ ਚੁੱਕ ਲੈ। ਉਸ ਤੋਂ ਅੱਗੇ ਹੋਰ ਜਿਹਨੇ ਮਾੜੇ ਕਰਮ ਕੀਤੇ ਨੇ, ਉਹਦੇ ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ, ਉਹਨੂੰ ਤੁਰਨਾ ਬਹਿਣਾ ਹੋਰ ਵੀ ਔਖਾ ਜ਼ਿਆਦਾ ਹੈ। ਉਹ ਮਨੁੱਖ ਕਿਵੇਂ ਖੁੱਲ੍ਹਾ ਤੁਰ ਸਕਦਾ? ਤੁਰ ਹੀ ਨਹੀਂ ਸਕਦਾ, ਬਹੁਤ ਔਖਾ ਹੈ। ਅਤੇ ਜੇ ਮਨੁੱਖ ਦੇ ਸਰੀਰ ਨੂੰ ਇੰਨੇ ਬੰਧਨ ਪਏ ਹੋਣ, ਉਹਨੂੰ ਤੁਰਨਾ ਔਖਾ, ਭਾਵੇਂ ਕਿੰਨਾ ਵਧੀਆ ਰੋਡ ਹੋਵੇ, ਪਰ ਜੇਕਰ ਉਹ ਬੰਧਨ ਕੱਟੇ ਹੋਣ, ਉਹ ਆਰਾਮ ਨਾਲ ਤੁਰਿਆ ਫਿਰਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਬੰਧਨ ਪਏ ਨੇ, ਸਾਨੂੰ ਤਾਂ ਜ਼ਿੰਦਗੀ ਦਾ ਕੋਈ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਕਿਉਂਕਿ ਮਨ ਨੂੰ ਬੰਧਨ ਬੜੇ ਪਏ ਹੋਏ ਨੇ, ਅਨੇਕ ਤਰ੍ਹਾਂ ਦੇ ਵਿਕਾਰਾਂ ਦੇ ਬੰਧਨ ਪਏ ਹੋਏ ਨੇ। ਅਤੇ ਉਹ ਬੰਧਨ ਕੱਟੇ ਜਾਣ ਅਤੇ ਫਿਰ ਇਹ ਮਨ ਉਡਾਰੀਆਂ ਲਾਵੇਗਾ। ਹੁਣ ਜਿਹੜਾ ਜੇਲ੍ਹ ਵਿੱਚ ਬੰਦ ਹੈ, ਹੱਥਾਂ ਨੂੰ ਹੱਥ ਕੜੀਆਂ ਨੇ, ਪੈਰਾਂ ਨੂੰ ਬੇੜੀਆਂ ਨੇ, ਉਹ ਦੁਨੀਆ ਦੀ ਸੈਰ ਕਿਵੇਂ ਕਰ ਸਕਦਾ ਹੈ? ਨਹੀਂ ਕਰ ਸਕਦਾ ਨਾ। ਇਸੇ ਤਰ੍ਹਾਂ ਸਾਡਾ ਮਨ ਆਤਮਿਕ ਉਡਾਰੀਆਂ ਨਹੀਂ ਮਾਰ ਸਕਦਾ, ਕਿਉਂਕਿ ਇਹਨੂੰ ਬੰਧਨ ਪਏ ਹੋਏ ਨੇ। ਤੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਆਪਣੇ ਮਨ ਦੀ ਜੂਠ ਲਾਵੇਗਾ, ਮੋਕਸ਼ ਦਾ ਰਸਤਾ ਖੁੱਲ੍ਹਾ ਹੋ ਜਾਵੇਗਾ। ਮਨ ਬਹੁਤ ਸੌਖੇ ਤਰੀਕੇ ਨਾਲ, ਆਨੰਦ ਦੇ ਨਾਲ ਉਹਦਾ ਰਸ ਲੈ ਸਕੇਗਾ। ਪਸ਼ੂ ਮਿਲੈ ਚੰਗਿਆਈਆਂ, ਖੜਕਾਵੈ ਅੰਮ੍ਰਿਤ ਦੇ। ਮਨੁੱਖ ਹੋ ਕੇ ਜੇਕਰ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਤੇਰੇ ਨਾਲੋਂ ਤਾਂ ਪਸ਼ੂ ਚੰਗੇ ਨੇ। ਵੇਖ ਉਹ ਘਾਹ ਆਦਿਕ, ਤੂੜੀ ਆਦਿਕ ਖਾ ਕੇ ਅਤੇ ਫਿਰ ਦੁੱਧ ਰੂਪੀ ਅੰਮ੍ਰਿਤ ਦਿੰਦੇ ਨੇ। ਦੁੱਧ ਨੂੰ ਵੀ ਅੰਮ੍ਰਿਤ ਆਖਿਆ ਗਿਆ ਹੈ। ਦੁਨੀਆ ਵਿੱਚ ਜਿੰਨੀਆਂ ਵੀ ਸ੍ਰੇਸ਼ਟ ਚੀਜ਼ਾਂ ਨੇ, ਉਹਨਾਂ ਨੂੰ ਅੰਮ੍ਰਿਤ ਆਖਿਆ ਗਿਆ ਹੈ। ਜਿਹੜੀਆਂ ਮਾੜੀਆਂ ਚੀਜ਼ਾਂ ਨੇ, ਉਹਨਾਂ ਨੂੰ ਵਿਉ ਆਖਿਆ ਗਿਆ, ਜ਼ਹਿਰ ਆਖਿਆ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਸ਼ੂ ਵੇਖੋ ਘਾਹ ਆਦਿ ਖਾ ਕੇ ਵੀ ਅੰਮ੍ਰਿਤ ਰੂਪੀ ਦੁੱਧ ਦਿੰਦੇ ਨੇ, ਜਿਹਦੇ ਤੋਂ 36 ਪ੍ਰਕਾਰ ਦੇ ਪਦਾਰਥ ਬਣਦੇ ਨੇ। ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾਮ ਤੋਂ ਵਿਹੂਣੇ ਆਦਮੀ 36 ਪ੍ਰਕਾਰ ਦੇ ਪਦਾਰਥ ਖਾ ਕੇ ਵੀ ਨਾਮ ਨਹੀਂ ਜਪਦੇ। ਵੇਖੋ ਤੁਹਾਡੇ ਨਾਲ ਤਾਂ ਪਸ਼ੂ ਚੰਗੇ ਨੇ। ਮਹਾਰਾਜ ਕਹਿੰਦੇ ਤੂੜੀ ਆਦਿਕ ਘਾਹ ਆਦਿਕ ਖਾ ਕੇ ਦੁੱਧ ਤਾਂ ਦਿੰਦੇ ਨੇ, 36 ਪ੍ਰਕਾਰ ਦੇ ਪਦਾਰਥ ਛਕ ਕੇ ਵੀ ਮਨੁੱਖ ਰੱਬ ਦਾ ਨਾਮ ਨਹੀਂ ਜਪਦਾ। ਐਸੇ ਆਦਮੀਆਂ ਦੇ ਜੀਵਨ ਨੂੰ ਮਹਾਰਾਜ ਕਹਿੰਦੇ ਧ੍ਰਿਗਕਾਰ।
ਤੇ ਜਿੰਨੇ ਉਹ ਕਰਮ ਕਰਦੇ ਨੇ ਉਹਨਾਂ ਦੇ ਕਰਮਾਂ ਨੂੰ ਵੀ ਲਾਹਣਤਾਂ ਨੇ, ਫਟਕਾਰਾਂ ਨੇ। ਤ੍ਰਿਗ ਜੀਵਨ ਕਰਮ ਕਰੇ, ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ। ਵਾਹਿਗੁਰੂ ਪਰਮਾਤਮਾ ਦੂਰ ਨਹੀਂ ਹੈ, ਉਹ ਨੇੜੇ ਹੈ। ਜਿਵੇਂ ਆਰੰਭ ਵਿੱਚ ਬੇਨਤੀ ਕੀਤੀ ਹੈ, ਮਨੁੱਖ ਨੇ ਵੀ ਬਹੁਤ ਕੁਝ ਬਣਾਇਆ ਹੈ, ਪਰ ਜਿਸ ਮਨੁੱਖ ਨੇ ਕੋਠੀ ਬਣਾਈ ਆਪ ਪਤਾ ਨਹੀਂ ਕਿੱਥੇ ਚਲਾ ਗਿਆ ਹੈ। ਹੋ ਸਕਦਾ ਦੁਨੀਆ ਤੋਂ ਹੀ ਚਲਾ ਗਿਆ ਹੋਵੇ। ਜਿਹਨੇ ਕੋਈ ਗੱਡੀ ਬਣਾਈ, ਕਿਸੇ ਵੀ ਚੀਜ਼ ਨੂੰ ਕੋਈ ਵੀ ਅਵਿਸ਼ਕਾਰ ਤਿਆਰ ਕੀਤਾ ਹੈ, ਕੁਝ ਵੀ ਬਣਾਇਆ, ਸਮਾਂ ਪਾ ਕੇ ਉਹ ਕਿਤੇ ਚਲਾ ਜਾਂਦਾ ਹੈ, ਚੀਜ਼ ਕਿਤੇ ਹੁੰਦੀ ਹੈ। ਵਾਹਿਗੁਰੂ ਨਿਰੰਕਾਰ ਐਸਾ ਹੈ, ਜੋ ਕੁਝ ਬਣਾਇਆ ਉਹਦੇ ਵਿੱਚ ਹੀ ਬੈਠਾ ਹੋਇਆ, ਗਿਆ ਨਹੀਂ ਕਿਤੇ। ਨੇੜਾ ਹੈ ਦੂਰ ਨਾ ਜਾਣਿਓ, ਉਹਨੂੰ ਦੂਰ ਨਾ ਜਾਣੋ। ਮਹਾਰਾਜ ਕਹਿੰਦੇ ਉਹ ਤਾਂ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਕਹਿ ਰਵਿਦਾਸ ਹਾਥ ਪੈ ਨੇੜੈ, ਸਹਿਜੇ ਹੋਏ ਸੋ ਹੋਈ। ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ। ਨਿਤ ਸਾਰਿਆਂ ਨੂੰ ਸੰਭਾਲਦਾ ਹੈ, ਸਾਰਿਆਂ ਦੇ ਵਿੱਚ ਹੈ। ਜੋ ਦੇਵੈ ਸੋ ਖਾਵਣਾ, ਕੋ ਨਾਨਕ ਸਾਚਾ ਏ। ਗੁਰਮੁਖ ਉਹਦੀ ਓਟ ਵਿੱਚ ਰਹਿੰਦੇ ਨੇ ਸਦਾ। ਉਹ ਕਹਿੰਦੇ ਮਾਲਕ ਜੋ ਤੂੰ ਦੇਵੇਂਗਾ ਉਹੀ ਅਸੀਂ ਖਾਣਾ ਹੈ, ਉਹਦੇ ਵਿੱਚ ਅਸੀਂ ਰਾਜੀ ਰਹਿਣਾ ਹੈ। ਪਰ ਤੂੰ ਕਿਰਪਾ ਕਰ, ਸਾਨੂੰ ਆਪਣੇ ਨਾਮ ਦੇ ਨਾਲ ਜੋੜ ਕੇ ਰੱਖ। ਉਹ ਸਦਾ ਨਾਮ ਦੀ ਦਾਤ ਮੰਗਦੇ ਹਨ। ਉਹ ਇਹੀ ਅਰਦਾਸ ਕਰਦੇ ਨੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ। ਇਹ ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।